ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੋ ਕੀਰਤਨ ਦੀ ਮੌਜੂਦਾ ਮਰਜ਼ਾਦਾ ਪ੍ਰਚਲਿਤ ਹੈ, ਉਸ ਮਰਜ਼ਾਦਾ ਅਨੁਸਾਰ ਸਾਲ ਦੇ 2 ਮਹੀਨੇ ਮਾਘ ਦਾ ਮਹੀਨਾ ਅਤੇ ਫੱਗਣ ਦਾ ਮਹੀਨਾ, ਇਹਨਾਂ 2 ਮਹੀਨਿਆਂ ਦੇ ਅੰਦਰ ਬਸੰਤ ਰਾਗ ਗਾਇਆ ਜਾਂਦਾ ਹੈ। ਇਸ ਤੋਂ ਬਾਅਦ ਤਕਰੀਬਨ 10 ਮਹੀਨੇ ਦਰਬਾਰ ਸਾਹਿਬ ਦੇ ਅੰਦਰ ਬਸੰਤ ਰਾਗ ਗਾਇਨ ਨਹੀਂ ਕੀਤਾ ਜਾਂਦਾ। ਹਰੇਕ ਕੀਰਤਨੀਆ ਆਪਣੇ ਕੀਰਤਨ ਦੌਰਾਨ ਬਸੰਤ ਰਾਗ ਦੀ ਵਾਰ ਅਤੇ ਬਸੰਤ ਰਾਗ ਦੇ ਸ਼ਬਦਾਂ ਦਾ ਗਾਇਨ ਕਰਦਾ ਹੈ। ਲੋਹੜੀ ਦੀ ਰਾਤ ਨੂੰ ਅਰਦਾਸ ਕਰਕੇ ਇਸ ਬਸੰਤ ਰਾਗ ਨੂੰ ਗਾਉਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਹੋਲੇ ਮਹੱਲੇ 'ਤੇ ਜਾ ਕੇ ਬਸੰਤ ਰਾਗ ਗਾਉਣਾ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੇ ਸੰਬੰਧ ਦੇ ਵਿੱਚ ਇਹੀ ਪ੍ਰਚਾਰਿਆ ਜਾਂਦਾ ਹੈ ਕਿ ਦਰਬਾਰ ਸਾਹਿਬ ਵਿਖੇ ਇਹ ਮਰਜ਼ਾਦਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਰੰਭ ਕੀਤੀ ਸੀ। ਪਰ ਜਿਸ ਵੇਲੇ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ ਤਾਂ ਇਹ ਗੱਲ ਗਲਤ ਜਾਪਦੀ ਹੈ। ਉਸ ਦੇ ਸੰਬੰਧ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਕੁਝ ਹਵਾਲੇ ਸਾਂਝੇ ਕਰਨੇ ਚਾਹੁੰਦਾ ਹਾਂ। ਪਰ ਉਸ ਤੋਂ ਪਹਿਲਾਂ ਆਪ ਜੋ ਲੋਹੜੀ ਦੀ ਰਾਤ ਨੂੰ ਦਰਬਾਰ ਸਾਹਿਬ ਵਿਖੇ ਅਰਦਾਸ ਕੀਤੀ ਜਾਂਦੀ ਹੈ, ਉਹ ਅਰਦਾਸ ਦੇ ਅੰਦਰ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਹੈ, ਉਸ ਸ਼ਬਦਾਵਲੀ ਨੂੰ ਆਪ ਜੀ ਜ਼ਰੂਰ ਧਿਆਨ ਦੇ ਨਾਲ ਸੁਣ ਲਓ ਤਾਂ ਜੋ ਪਤਾ ਚੱਲੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਹੀ ਮਨੌਤਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਜੋੜ ਕੇ ਪ੍ਰਚਾਰਦੇ ਹਾਂ। ਸੋ ਸਭ ਤੋਂ ਪਹਿਲਾਂ ਜੋ ਅਰਦਾਸ ਹਰੇਕ ਸਾਲ ਲੋਹੜੀ ਦੀ ਰਾਤ ਨੂੰ ਦਰਬਾਰ ਸਾਹਿਬ ਵਿਖੇ ਕੀਤੀ ਜਾਂਦੀ ਹੈ, ਬਸੰਤ ਰਾਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸ ਅਰਦਾਸ ਦੇ ਜਿਹੜੇ ਬੋਲ ਹਨ, ਉਹਨਾਂ ਬੋਲਾਂ ਨੂੰ ਆਪ ਜੀ ਧਿਆਨ ਦੇ ਨਾਲ ਸੁਣੋ। ਹਾਂਜੀ। ਐਸੇ ਦੀਨ ਦਿਆਲ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀਓ ਮਹਾਰਾਜ ਪਾਤਸ਼ਾਹ ਜੀ ਆਪ ਜੀ ਵੱਲੋਂ ਚਲਾਈ ਹੋਈ ਮਰਜ਼ਾਦਾ ਅਨੁਸਾਰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਸੰਤ ਰਾਗ ਗਾਇਨ ਕਰਨ ਦੀ ਪ੍ਰਾਰੰਭਤਾ ਕੀਤੀ ਜਾ ਰਹੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀਓ ਆਪ ਕਿਰਪਾ ਕਰੋ, ਰਾਗੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਸੰਤ ਰਾਗ ਗਾਇਨ ਕਰਨ ਦੀ ਸਮਰੱਥਾ ਆਗਿਆ ਬਖਸ਼ਿਸ਼ ਕਰੋ। ਹੇ ਨਮਾਣਿਆ। ਸੋ ਅਰਦਾਸ ਦੇ ਵਿੱਚ ਇਹ ਸ਼ਬਦਾਵਲੀ ਵਰਤੀ ਜਾਂਦੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਰਜ਼ਾਦਾ ਨੂੰ ਆਰੰਭ ਕੀਤਾ ਸੀ ਕਿ ਸਾਲ ਦੇ ਅੰਦਰ ਇਹ 2 ਮਹੀਨੇ ਮਾਘ ਦਾ ਮਹੀਨਾ ਅਤੇ ਫੱਗਣ ਦਾ ਮਹੀਨਾ, ਇਹਨਾਂ 2 ਮਹੀਨਿਆਂ ਦੇ ਅੰਦਰ ਬਸੰਤ ਰਾਗ ਗਾਇਆ ਜਾਵੇ। ਔਰ ਦਰਬਾਰ ਸਾਹਿਬ ਦੀ ਤਰਜ਼ ਦੇ ਉੱਤੇ ਹੀ ਦੁਨੀਆ ਭਰ ਦੇ ਅੰਦਰ ਜਿਤਨੇ ਵੀ ਦੇਸ਼ ਹਨ ਔਰ ਜਿਤਨੇ ਵੀ ਉਹਨਾਂ ਦੇਸ਼ਾਂ ਦੇ ਅੰਦਰ ਗੁਰਦੁਆਰੇ ਹਨ, ਹਰੇਕ ਗੁਰਦੁਆਰੇ ਦੇ ਅੰਦਰ ਇਹਨਾਂ 2 ਮਹੀਨਿਆਂ ਦੇ ਅੰਦਰ ਇਸੇ ਸਮੇਂ ਦੌਰਾਨ ਹੀ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ, ਕਿਉਂਕਿ ਸਿੱਖਾਂ ਦੇ ਅੰਦਰ ਇਹ ਮਾਨਤਾ ਹੈ ਕਿ ਦਰਬਾਰ ਸਾਹਿਬ ਜਿਹੜਾ ਹੈ ਉਹ ਸਿੱਖੀ ਦਾ ਕੇਂਦਰ ਹੈ। ਇਸ ਵਾਸਤੇ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਮਾਘ ਤੇ ਫੱਗਣ 2 ਮਹੀਨੇ ਬਸੰਤ ਰਾਗ ਗਾਉਣ ਦੀ ਮਰਜ਼ਾਦਾ ਹੈ, ਲੋਹੜੀ ਤੋਂ ਲੈ ਕੇ ਹੋਲੀ ਤੱਕ ਬਸੰਤ ਰਾਗ ਗਾਇਆ ਜਾਂਦਾ ਹੈ, ਉਸੇ ਤਰੀਕੇ ਦੇ ਨਾਲ ਦੁਨੀਆ ਦੇ ਹਰੇਕ ਗੁਰਦੁਆਰੇ ਦੇ ਅੰਦਰ ਕੀਰਤਨ ਕਰਨ ਵਾਲਾ ਇਹਨਾਂ 2 ਮਹੀਨਿਆਂ ਦੇ ਅੰਦਰ ਬਸੰਤ ਰਾਗ ਨੂੰ ਗਾਉਂਦਾ ਹੈ। ਉਸ ਤੋਂ ਬਾਅਦ ਪੂਰਾ ਸਾਲ 10 ਮਹੀਨੇ ਇਹ ਬਸੰਤ ਰਾਗ ਬਿਲਕੁਲ ਨਹੀਂ ਗਾਇਆ ਜਾਂਦਾ। ਪਰ ਹੁਣ ਜਿਸ ਮਰਜ਼ਾਦਾ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਜੋੜਿਆ ਜਾ ਰਿਹਾ ਹੈ, ਉਸ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਬੋਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ, ਆਪਾਂ ਉਹਨਾਂ ਬੋਲਾਂ ਨੂੰ ਵਿਚਾਰੀਏ ਕਿ ਕੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੀ ਪਾਵਨ ਬਾਣੀ ਦੇ ਅੰਦਰ ਮਾਘ ਤੇ ਫੱਗਣ ਇਹਨਾਂ 2 ਮਹੀਨਿਆਂ ਨੂੰ ਬਸੰਤ ਰੁੱਤ ਦਾ ਸਮਾਂ ਮੰਨਦੇ ਹਨ ਜਾਂ ਨਹੀਂ ਮੰਨਦੇ।
ਕਿਉਂਕਿ ਬਸੰਤ ਰਾਗ ਜਿਹੜਾ ਹੈ ਇਹ ਬਸੰਤ ਰੁੱਤ ਦੇ ਅੰਦਰ ਗਾਉਣ ਦਾ ਵਿਧਾਨ ਹੈ। ਪਰ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਤੇ ਪਤਾ ਚੱਲਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਾਮਕਲੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਇੱਕ ਬਾਣੀ ਹੈ ਜਿਸ ਦਾ ਸਿਰਲੇਖ ਹੈ ਰੁੱਤੀ। ਜਿਸ ਤਰੀਕੇ ਦੇ ਨਾਲ 12 ਮਾਹ ਦੀ ਬਾਣੀ ਹੈ, 7 ਵਾਰ ਦੀ ਬਾਣੀ ਹੈ, ਇਸੇ ਤਰੀਕੇ ਦੇ ਨਾਲ ਰੁੱਤੀ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਾਮਕਲੀ ਰਾਗ ਦੇ ਅੰਦਰ ਇੱਕ ਪਾਵਨ ਬਾਣੀ ਦਰਜ ਹੈ ਜਿਸ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ 2-2 ਮਹੀਨਿਆਂ ਦੀ ਇੱਕ ਰੁੱਤ ਮਿਥੀ ਹੈ ਔਰ ਸਾਲ ਦੇ ਅੰਦਰ 6 ਰੁੱਤਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਪਾਵਨ ਬਾਣੀ ਦੇ ਅੰਦਰ ਕੀਤਾ ਹੈ। ਉਸ ਪਾਵਨ ਬਾਣੀ ਦਾ ਸਿਰਲੇਖ ਹੈ ਰਾਮਕਲੀ ਮਹਿਲਾ 5ਵਾਂ ਰੁੱਤੀ। ਰਾਮਕਲੀ ਰਾਗ ਦੇ ਅੰਦਰ 927 ਪੰਨੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪਾਵਨ ਬਾਣੀ ਦਰਜ ਹੈ। ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਪਾਵਨ ਬਾਣੀ ਦੇ ਸੰਬੰਧ ਦੇ ਵਿੱਚ। ਔਰ ਇਸ ਬਾਣੀ ਦੇ ਅੰਦਰ ਸਭ ਤੋਂ ਪਹਿਲੀ ਰੁੱਤ ਦਾ ਜ਼ਿਕਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੈ ਤੇ ਉਹ ਬਸੰਤ ਰੁੱਤ ਹੈ। ਪਰ ਹੈਰਾਨੀ ਦੀ ਗੱਲ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਸੰਤ ਰੁੱਤ ਦੀ ਸ਼ੁਰੂਆਤ ਮਾਘ ਜਾਂ ਫੱਗਣ ਦੇ ਮਹੀਨੇ ਤੋਂ ਨਹੀਂ ਕਰਦੇ, ਬਲਕਿ ਉੱਥੇ ਬੋਲ ਨੇ ਕਿ ਰੁੱਤ ਸਰਸ ਬਸੰਤ ਮਾਹਾਂ ਚੇਤ ਵੈਸਾਖ ਸੁਖ ਮਾਸ ਜੀਓ। ਦੁਬਾਰਾ ਪੰਕਤੀ ਵੱਲ ਧਿਆਨ ਦੇਣਾ, ਰੁੱਤ ਸਰਸ ਬਸੰਤ ਮਾਹਾਂ ਚੇਤ ਵੈਸਾਖ ਸੁਖ ਮਾਸ ਜੀਓ। ਬਸੰਤ ਦੀ ਆਨੰਦਦਾਇਕ ਰੁੱਤ ਕਿਹੜੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚੇਤ ਵੈਸਾਖ ਸੁਖ ਮਾਸ ਜੀਓ। ਚੇਤਰ ਅਤੇ ਵੈਸਾਖ ਇਹ 2 ਮਹੀਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰੁੱਤੀ ਬਾਣੀ ਦੇ ਸਿਰਲੇਖ ਹੇਠ ਜਦੋਂ ਸਾਲ ਨੂੰ 6 ਰੁੱਤਾਂ ਦੇ ਅੰਦਰ 2-2 ਮਹੀਨਿਆਂ ਦੀ ਇੱਕ ਰੁੱਤ ਬਣਾ ਕੇ ਵੰਡਿਆ ਤੇ ਬਸੰਤ ਰੁੱਤ ਦਾ ਸਮਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਚੇਤ ਤੇ ਵੈਸਾਖ ਦਾ ਮਿਥਿਆ। ਜਿੱਥੋਂ ਤੱਕ ਮਾਘ ਤੇ ਫੱਗਣ ਮਹੀਨੇ ਦੀ ਗੱਲ ਆਉਂਦੀ ਹੈ ਉਸ ਪਾਵਨ ਬਾਣੀ ਦੇ ਅੰਦਰ ਜਦੋਂ ਅਖੀਰ ਦੇ ਉੱਤੇ ਜਾ ਕੇ ਇਹਨਾਂ 2 ਮਹੀਨਿਆਂ ਦਾ ਜ਼ਿਕਰ ਕੀਤਾ ਤੇ ਇਹਨਾਂ 2 ਮਹੀਨਿਆਂ ਨੂੰ ਬਸੰਤ ਰੁੱਤ ਦਾ ਹਿੱਸਾ ਨਹੀਂ ਗਿਣਿਆ, ਬਲਕਿ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ ਹਿਮਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ। ਉਸ ਨੂੰ ਹਿਮਕਰ ਰੁੱਤ ਆਖਿਆ ਹੈ। ਹਿਮਕਰ ਰੁੱਤ, ਹਿਮ ਕਹਿੰਦੇ ਨੇ ਬਰਫ਼ ਨੂੰ, ਬਰਫਾਨੀ ਰੁੱਤ ਭਾਵ ਠੰਡੀ ਰੁੱਤ। ਮਾਘ ਤੇ ਫੱਗਣ ਦੇ ਮਹੀਨੇ ਦੇ ਸਮੇਂ ਨੂੰ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਦੇ ਅੰਦਰ ਹਿਮਕਰ ਰੁੱਤ ਦੇ ਵਿੱਚ ਗਿਣਿਆ ਗਿਆ ਹੈ, ਜਦ ਕਿ ਬਸੰਤ ਰੁੱਤ ਦਾ ਸਮਾਂ ਗੁਰੂ ਅਰਜਨ ਦੇਵ ਜੀ ਨੇ ਚੇਤ ਔਰ ਵੈਸਾਖ ਦਾ ਮਿਥਿਆ ਹੈ। ਫਿਰ ਇੱਥੇ ਹੀ ਬਸ ਨਹੀਂ, ਤੁਸੀਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਤੁਖਾਰੀ ਰਾਗ ਦੇ ਅੰਦਰ ਜੋ 12 ਮਾਹ ਦੇ ਸਿਰਲੇਖ ਦੇ ਹੇਠ ਦਰਜ ਹੈ, ਜਦੋਂ ਉਸ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਉਸ ਪਾਵਨ ਬਾਣੀ ਦੇ ਅੰਦਰ ਵੀ ਗੁਰਦੇਵ ਜਦੋਂ ਚੇਤਰ ਦੇ ਮਹੀਨੇ ਦੀ ਸ਼ੁਰੂਆਤ ਕਰਦੇ ਹਨ ਤੇ ਉੱਥੇ ਵੀ ਸ਼ਬਦ ਇਹ ਵਰਤਦੇ ਨੇ ਕਿ ਚੇਤ ਬਸੰਤ ਭਲਾ ਭਵੜ ਸੁਹਾਵੜੇ। ਜਦੋਂ ਚੇਤਰ ਦੇ ਮਹੀਨੇ ਦੀ ਗੱਲ ਕਰਦੇ ਨੇ ਤੇ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਬਸੰਤ ਰੁੱਤ ਦੇ ਨਾਲ ਜੋੜਦੇ ਨੇ। ਫਿਰ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬੋਲ ਪੜ੍ਹਦੇ ਹੋ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਸਾ ਰਾਗ ਦੇ ਅੰਦਰ ਇੱਕ ਬਚਨ ਆਖਿਆ, ਕਹਿੰਦੇ ਨੇ ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ। ਹੇ ਮੇਰੇ ਪਿਆਰੇ, ਬਸੰਤ ਦੀ ਰੁੱਤ ਆ ਗਈ, ਬੜੀ ਵਧੀਆ ਰੁੱਤ ਆ ਗਈ, ਬੜਾ ਵਧੀਆ ਸਮਾਂ ਆ ਗਿਆ। ਕਿਸ ਵੇਲੇ? ਗੁਰਦੇਵ ਕਹਿੰਦੇ ਨੇ ਚੜ੍ਹ ਚੇਤ ਬਸੰਤ ਮੇਰੇ ਪਿਆਰੇ। ਚੇਤਰ ਦਾ ਮਹੀਨਾ ਚੜ੍ਹਿਆ, ਬਸੰਤ ਦੀ ਰੁੱਤ ਆ ਗਈ। ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਬਸੰਤ ਰੁੱਤ ਦਾ ਸੰਬੰਧ ਜਿਹੜਾ ਹੈ ਉਹ ਚੇਤਰ ਦੇ ਮਹੀਨੇ ਤੋਂ ਗਿਣਿਆ ਹੈ। ਜਦੋਂ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ
ਤੇ ਭਾਈ ਗੁਰਦਾਸ ਜੀ ਦੇ ਬੋਲ ਵੀ ਆਉਂਦੇ ਹਨ ਕਿ ਚੇਤ ਬਸੰਤ ਸੁਰੰਗ ਸਭ ਰੰਗ ਮਾਣਿਆ। ਉਹਨਾਂ ਨੇ ਵੀ ਚੇਤਰ ਦੇ ਮਹੀਨੇ ਦੇ ਅੰਦਰ ਬਸੰਤ ਰੁੱਤ ਦੀ ਗੱਲ ਆਖੀ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਉਹਨਾਂ ਨੇ ਵੀ ਮਹਾਨ ਕੋਸ਼ ਦੇ ਅੰਦਰ ਬਸੰਤ ਲਫ਼ਜ਼ ਦੀ ਵਿਆਖਿਆ ਕਰਦਿਆਂ ਹੋਇਆਂ ਇਹੀ ਵਾਕ ਲਿਖੇ ਹਨ ਕਿ ਪ੍ਰਿਥਵੀ ਨੂੰ ਪੱਤਿਆਂ ਤੇ ਫੁੱਲਾਂ ਦੇ ਨਾਲ ਢੱਕ ਲੈਣ ਵਾਲੀ ਰੁੱਤ ਚੇਤ ਤੇ ਵੈਸਾਖ ਦੀ ਰੁੱਤ। ਉਹਨਾਂ ਨੇ ਵੀ ਗੁਰਬਾਣੀ ਦੀਆਂ ਪੰਕਤੀਆਂ ਦੇ ਹਵਾਲੇ ਦੇ ਕੇ ਚੇਤ ਤੇ ਵੈਸਾਖ ਦੀ ਰੁੱਤ ਨੂੰ ਬਸੰਤ ਰੁੱਤ ਗਿਣਿਆ ਹੈ। ਇਸ ਸਬੰਧ ਦੇ ਅੰਦਰ ਪਿਛਲੇ 8-10 ਸਾਲਾਂ ਦੇ ਅੰਦਰ ਮੇਰੀ ਅਨੇਕਾਂ ਹੀ ਗੁਰੂ ਕੀ ਕੀਰਤਨੀਆਂ ਦੇ ਨਾਲ ਗੱਲਬਾਤ ਹੋਈ, ਜਿਨ੍ਹਾਂ ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਜਥੇ ਵੀ ਮੌਜੂਦ ਸਨ। ਉਹਨਾਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਜਿਹੜੇ ਗੁਰਮਤਿ ਸੰਗੀਤ ਦੇ ਮਾਹਰ ਨੇ, ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕੀਤਾ, ਪਰ ਕਿਸੇ ਨੇ ਵੀ ਇਸ ਸਬੰਧ ਦੇ ਵਿੱਚ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਔਰ ਜਿਸ ਵੇਲੇ ਕੋਈ ਜਵਾਬ ਨਹੀਂ ਆਉਂਦਾ, ਅਖੀਰ ਦੇ ਉੱਤੇ ਜਾ ਕੇ ਇੱਥੇ ਹੀ ਹਰੇਕ ਨੇ ਗੱਲ ਮੁਕਾ ਦਿੱਤੀ ਕਿ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਚਲਾਈ ਹੋਈ ਮਰਜ਼ਾਦਾ ਹੈ। ਪਰ ਇਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਰੁੱਤੀ ਦੇ ਸਿਰਲੇਖ ਹੇਠ ਬਾਣੀ ਉਚਾਰਦੇ ਹੋਵਣ, ਜਿਹਦੇ ਵਿੱਚ ਪੂਰੇ ਸਾਲ ਨੂੰ 6 ਰੁੱਤਾਂ ਦੇ ਅੰਦਰ ਵੰਡਦੇ ਹੋਵਣ, 2-2 ਮਹੀਨਿਆਂ ਦੀ ਇੱਕ ਰੁੱਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉੱਥੇ ਗਿਣਦੇ ਹੋਵਣ, ਤੇ ਉਸ ਬਾਣੀ ਦੇ ਅੰਦਰ ਤੇ ਜਦੋਂ ਬਸੰਤ ਰੁੱਤ ਦਾ ਜ਼ਿਕਰ ਆਵੇ ਉਦੋਂ ਚੇਤ ਤੇ ਵੈਸਾਖ ਦੇ ਮਹੀਨੇ ਨੂੰ ਬਸੰਤ ਰੁੱਤ ਕਰਕੇ ਲਿਖਣ, ਤੇ ਜਿਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਮਰਜ਼ਾਦਾ ਆਰੰਭ ਕਰਨੀ ਹੋਵੇ ਬਸੰਤ ਰਾਗ ਗਾਇਨ ਕਰਨ ਦੀ, ਤੇ ਉਸ ਵੇਲੇ ਕਹਿ ਦੇਣ ਨਹੀਂ ਮਾਘ ਤੇ ਫੱਗਣ ਦੇ ਮਹੀਨੇ ਦੇ ਅੰਦਰ ਬਸੰਤ ਰਾਗ ਗਾਇਆ ਜਾਏ। ਹਾਲਾਂਕਿ ਗੁਰਬਾਣੀ ਦੇ ਅੰਦਰ ਜਿਹੜੇ ਬਸੰਤ ਰੁੱਤ ਦੇ ਲੱਛਣ ਦੱਸੇ ਹਨ, ਜਿਹੜੀਆਂ ਬਸੰਤ ਰੁੱਤ ਦੀਆਂ ਨਿਸ਼ਾਨੀਆਂ ਦੱਸੀਆਂ ਹਨ ਕਿ ਧਰਤੀ ਦੇ ਉੱਤੇ ਖੇੜਾ ਆ ਜਾਂਦਾ ਹੈ, ਧਰਤੀ ਮੌਲਦੀ ਹੈ, ਉਹ ਵੀ ਮਾਘ ਦੇ ਮਹੀਨੇ ਦੇ ਅੰਦਰ ਕਿਧਰੇ ਦਿਸਦੀਆਂ ਨਹੀਂ ਹਨ। ਉਸ ਮਹੀਨੇ ਦੇ ਅੰਦਰ ਕੋਰਾ ਕੱਕਰ ਜਿਹੜਾ ਹੈ ਉਹ ਬਾਹਰ ਜੰਮਿਆ ਹੁੰਦਾ ਹੈ। ਔਰ ਸਭ ਨਾਲੋਂ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਹਾਸਾ ਵੀ ਆਉਂਦਾ ਹੈ ਇਹਨਾਂ ਮੁਲਕਾਂ ਦੇ ਅੰਦਰ, ਕੈਨੇਡਾ ਵਰਗੇ ਮੁਲਕਾਂ ਦੇ ਅੰਦਰ ਮਾਘ ਤੇ ਫੱਗਣ ਦਾ ਮਹੀਨਾ ਗੁਰਦੁਆਰਿਆਂ ਦੀ ਪਾਰਕਿੰਗ ਲਾਟ ਦੇ ਅੰਦਰ 8-8, 10-10 ਫੁੱਟ ਬਰਫ਼ ਦੇ ਢੇਰ ਲੱਗੇ ਹੋਏ ਹੁੰਦੇ ਹਨ, ਤੇ ਗੁਰਦੁਆਰੇ ਦੇ ਅੰਦਰ ਬਸੰਤ ਰਾਗ ਗਾਇਆ ਜਾ ਰਿਹਾ ਹੁੰਦਾ ਹੈ, ਜਿਸ ਦੀਆਂ ਨਿਸ਼ਾਨੀਆਂ ਇਹ ਹਨ ਕਿ ਸਾਰੀ ਧਰਤੀ ਦੇ ਉੱਤੇ ਖੇੜਾ ਆ ਗਿਆ, ਸਾਰੀ ਧਰਤੀ ਦੇ ਉੱਤੇ ਬਨਸਪਤੀ ਦੇ ਉੱਤੇ ਹਰਿਆਵਲ ਆ ਗਈ, ਬਾਹਰ ਬਰਫ਼ ਦੇ ਢੇਰ ਲੱਗੇ ਹੋਏ ਹੁੰਦੇ ਹਨ, ਔਰ ਅੰਦਰ ਜਿਹੜਾ ਹੈ ਉਹ ਬਸੰਤ ਰਾਗ ਗਾਇਆ ਜਾਂਦਾ ਹੈ। ਔਰ ਜਵਾਬ ਉੱਥੋਂ ਵੀ ਇਹ ਮਿਲਦਾ ਹੈ ਕਿ ਕਿਉਂਕਿ ਸਿੱਖੀ ਦਾ ਕੇਂਦਰ ਦਰਬਾਰ ਸਾਹਿਬ ਹੈ, ਦਰਬਾਰ ਸਾਹਿਬ ਦੇ ਅੰਦਰ ਲੋਹੜੀ ਤੋਂ ਲੈ ਕੇ ਹੋਲੇ ਮਹੱਲੇ ਤੱਕ ਬਸੰਤ ਰਾਗ ਗਾਇਆ ਜਾਂਦਾ ਹੈ, ਇਸ ਵਾਸਤੇ ਅਸੀਂ ਉਸੇ ਹੀ ਮਰਜ਼ਾਦਾ ਨੂੰ ਫੋਲੋ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆ ਦੇ ਅੰਦਰ ਇੱਕੋ ਸਮੇਂ ਇੱਕੋ ਜਿਹੀ ਰੁੱਤ ਜਾਂ ਇੱਕੋ ਜਿਹਾ ਮੌਸਮ ਨਹੀਂ ਹੁੰਦਾ। ਉਦਾਹਰਨ ਦੇ ਤੌਰ ਤੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਅੱਤ ਦਰਜੇ ਦੀ ਠੰਡ ਪੈ ਰਹੀ ਹੁੰਦੀ ਹੈ, ਉਸੇ ਵੇਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿਕ ਮੁਲਕਾਂ ਦੇ ਅੰਦਰ ਗਰਮੀ ਪੈ ਰਹੀ ਹੁੰਦੀ ਹੈ। ਥਾਈਲੈਂਡ, ਸਿੰਗਾਪੁਰ ਵਰਗੇ ਕੁਝ ਦੇਸ਼ ਅਜਿਹੇ ਹਨ ਜਿੱਥੇ 12 ਮਹੀਨੇ ਹੀ ਗਰਮੀ ਪੈਂਦੀ ਹੈ, ਬਲਕਿ ਹਿੰਦੁਸਤਾਨ ਦੇ ਅੰਦਰ ਵੀ ਕੁਝ ਇਲਾਕੇ ਐਸੇ ਹਨ ਜਿੱਥੇ 12 ਮਹੀਨੇ ਗਰਮੀ ਰਹਿੰਦੀ ਹੈ, ਅਤੇ ਕੁਝ ਇਲਾਕੇ ਐਸੇ ਹਨ ਜਿੱਥੇ 12 ਮਹੀਨੇ ਸਰਦੀ ਰਹਿੰਦੀ ਹੈ। ਸੋ ਇਸ ਵਾਸਤੇ ਜੇਕਰ ਅਸੀਂ ਕੋਈ ਸਾਂਝੀ ਮਰਜ਼ਾਦਾ ਵੀ ਅਪਣਾਉਣੀ ਹੋਵੇ ਤਾਂ ਸਾਨੂੰ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਅੰਦਰ ਰੁੱਤੀ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ, ਔਰ ਉਸ ਬਾਣੀ ਦੇ ਅੰਦਰ ਚੇਤ ਤੇ ਵੈਸਾਖ ਦੇ ਮਹੀਨੇ ਨੂੰ ਬਸੰਤ ਰੁੱਤ ਦਾ ਸਮਾਂ ਗਿਣਿਆ, ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗੱਲ ਮੰਨ ਕੇ ਉਸ ਮਰਜ਼ਾਦਾ ਨੂੰ ਅਪਣਾਈਏ। ਅਸੀਂ ਅਨਮਤ ਦੀ ਨਕਲ ਕਰਨੀ ਛੱਡ ਦਈਏ
ਤੇ ਜੇਕਰ ਅਸੀਂ ਇਹ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਦੇ ਵਿੱਚ ਇਹ ਝੂਠ ਬੋਲਣਾ ਤੁਰੰਤ ਬੰਦ ਕਰ ਦਈਏ ਕਿ ਇਹ ਮਰਜ਼ਾਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਚਲਾਈ ਹੋਈ ਹੈ। ਕਿਸੇ ਵੀ ਤਰੀਕੇ ਦੇ ਨਾਲ ਇਹ ਮਰਜ਼ਾਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਚਲਾਈ ਹੋਈ ਨਹੀਂ ਹੋ ਸਕਦੀ। ਜੇਕਰ ਅਸੀਂ ਜਿੱਦ ਕਰਾਂਗੇ ਇਹ ਕਹਿਣ ਲਈ ਕਿ ਇਹ ਮਰਜ਼ਾਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਚਲਾਈ ਹੈ ਤਾਂ ਅਜਿਹਾ ਕਹਿ ਕੇ ਜਾਂ ਅਜਿਹਾ ਪ੍ਰਚਾਰ ਕੇ ਅਜਿਹੀ ਜਿੱਦ ਕਰਕੇ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਸਵਾਲ ਖੜਾ ਕਰ ਰਹੇ ਹਾਂ। ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਝੂਠਾ ਕਹਿ ਰਹੇ ਹਾਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਸਿੱਖਾਂ ਨੂੰ ਕੁਝ ਹੋਰ ਫਰਮਾਇਆ ਔਰ ਆਪਣੇ ਅਮਲੀ ਜੀਵਨ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖਾਂ ਦੇ ਕੋਲੋਂ ਕੁਝ ਹੋਰ ਕਰਵਾਇਆ। ਉਮੀਦ ਹੈ ਗੁਰਬਾਣੀ ਅਤੇ ਗੁਰਮਤਿ ਸੰਗੀਤ ਦੇ ਮਾਹਰ ਜਿਹੜੇ ਖੋਜੀ ਵਿਦਵਾਨ ਹਨ ਉਹ ਇਸ ਪਾਸੇ ਵੱਲ ਜ਼ਰੂਰ ਧਿਆਨ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।